मैं हास के हो आधार, मैं हास के हो आधार, तेरा एक नाम तारे संसार, तेरा एक नाम तारे संसार, तेरा एक नाम, तेरा एक नाम, तेरा एक नाम तारे संसार, तेरा एक नाम तारे संसार। एक सुआन दोए स्वानी नाल, पल के पाँव के सदा बयाल, कूड़ छुरा मुठा मुरतार, ताण करूप रहा करतार, ताण करूप रहा करतार, ताण करूप रहा करतार, ताण करूप रहा करतार, मैं हास एहो आधार, मैं हास एहो आधार, तेरा एक नाम तारे संसार, तेरा एक नाम, तेरा एक नाम, तेरा एक नाम तारे संसार। मैं पत की पंद न करनी की कार, हो बिगड़े रूप रहा बिकराल, मैं पत की पंद न करनी की कार, हो बिगड़े रूप रहा बिकराल, तेरा एक नाम, तेरा एक नाम, तेरा एक नाम तारे संसार, तेरा एक नाम तारे संसार, मैं हास, मैं हास
तारे संसार, तेरा एक नाम, तारे संसार। मुख निंदा आखां दिन रात, पर कर जो ही नीच सनात, काम करोद तन वसै चंडाल, ताण करूप रहा करतार, ताण करूप रहा करतार, मैं हास एहो आधार, मैं हास एहो आधार, तेरा एक नाम, तारे संसार। तेरा एक नाम, तेरा एक नाम, तेरा एक नाम, तारे संसार। फाही सुरत मलुकी वेश, हो ठगवाड़ा ठगी देश, खरा सियाणा बहुता पार, ताण करूप रहा करतार, ताण करूप रहा करतार, मैं हास एहो आधार, मैं हास एहो आधार, तेरा एक नाम, तारे संसार। तेरा एक नाम, तेरा एक नाम, तेरा एक नाम, तारे संसार। मैं कीता न जाता हराम खोर, हो क्या मुँह देसा दुष्ट चोर, नानक नीच कहे विचार, ताण करूप रहा करतार, ताण करूप रहा करतार, ताण करूप रहा करतार, मैं हास एहो आधार, मैं हास एहो आधार, तेरा एक नाम,
तारे संसार। तेरा एक नाम, तेरा एक नाम, तेरा एक नाम, तारे संसार। मैं हास एहो आधार, मैं हास एहो आधार। वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸ਼ਬਦ ਦੀ ਵਿਚਾਰ ਅਸੀਂ ਅੱਜ ਕਰਨ ਜਾ ਰਹੇ ਹਾਂ, ਇਹ ਸ਼ਬਦ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਗਿਆ ਹੈ ਅਤੇ ਘਰ ਚੌਥੇ ਵਿੱਚ ਗਾਉਣ ਦੀ ਹਿਦਾਇਤ ਹੈ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 24 ਉੱਪਰ ਦਰਜ ਹੈ। ਸ੍ਰੀ ਰਾਗ ਮਹਿਲਾ ਪਹਿਲਾ ਘਰ ਚੌਥਾ। ਏਕ ਸਵਾਨ ਦੋਇ ਸਵਾਨੀ ਨਾਲ, ਭਲਕੇ ਭੌਂਕੈ ਸਦਾ ਬਯਾਲ। ਕੂੜ ਛੁਰਾ ਮੁੱਠਾ ਮੁਰਦਾਰ, ਤਾਣਕ ਰੂਪ रहा करतार। मैं पत की पंद न करनी की कार, हों बिगड़े रूप रहा बिकराल। तेरा एक नाम तारे संसार, मैं इह आस एहो आधार। रहाओ मुख निंदा आखां दिन रात, पर कर जो ही नीच सनात। काम क्रोध तन वसे चंडाल, ताणक रूप रहा करतार। फाही सुरत मलुकी वेश, हों ठगवाड़ा ठगी देश। खरा सियाणा बहुता पार, ताणक रूप रहा करतार। मैं कीता न जाता हराम खोर, हों क्या मुँह देसा दुष्ट चोर। नानक नीच कहे विचार, ताणक रूप रहा करतार। ਯੂਨੀਵਰਸ ਅਰਥਾਤ ਜਗਤ ਵਿੱਚ ਬਾਹਰਲੇ ਤੌਰ ਤੇ ਅਸੀਂ ਜੋ ਸੰਸਾਰ ਦੇਖ ਰਹੇ ਹਾਂ, ਗੁਰੂ ਸਾਹਿਬ ਸਪਸ਼ਟ ਕਰ ਦਿੰਦੇ ਹਨ ਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਸੋ ਇਸ ਲਈ ਬਾਹਰਲੀ ਦੁਨੀਆ ਦੇ ਲੋਕਾਂ ਨੂੰ ਨਾ ਨਿੰਦ, ਕਿਉਂਕਿ ਸੱਚੇ ਦਾ ਵਿਚਵਾਸ ਹੈ। ਇੱਕ ਚੀਜ਼ ਅਸੀਂ ਭਲੀ ਭਾਂਤੀ ਦੇਖ ਵੀ ਸਕਦੇ ਹਾਂ। ਮੰਨ ਲਓ ਦੁਨੀਆ ਵਿੱਚ ਕੋਈ ਐਸੀ ਜਗ੍ਹਾ ਹੈ ਜਿੱਥੇ ਕੁਦਰਤੀ ਨਿਯਮਾਂ ਅਰਥਾਤ ਲਾਜ਼ ਆਫ ਨੇਚਰ ਦਾ ਧਿਆਨ ਰੱਖਿਆ ਜਾਂਦਾ ਹੈ। ਮੀਨਸ ਉੱਥੇ ਕਿਸੇ ਵੀ ਤਰ੍ਹਾਂ ਦਾ ਪੋਲੂਸ਼ਨ ਨਹੀਂ ਹੈ, ਜ਼ਮੀਨ ਅਤੇ ਪਾਣੀ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ, ਇੱਕ ਦੂਜੇ ਦੇ ਮਨੁੱਖੀ ਹੱਕਾਂ ਦਾ ਧਿਆਨ ਰੱਖਿਆ ਜਾਂਦਾ ਹੈ। ਆਟੋਮੈਟਿਕਲੀ ਉਹ ਜਗ੍ਹਾ ਕੁਦਰਤੀ ਨਿਯਮਾਂ ਦੇ ਨਾਲ ਇੱਕ ਹੋ ਕੇ ਬਹੁਤ ਹੀ ਸੁੰਦਰ ਅਤੇ ਆਕਰਸ਼ਿਤ ਹੋ ਜਾਏਗੀ ਤੇ ਉੱਥੋਂ ਦੇ ਰਹਿਣ ਵਾਲੇ ਲੋਕ ਵੀ ਪ੍ਰੋਡਕਟਿਵ ਹੋਣਗੇ। ਸੋ ਬਾਹਰਲੇ ਤੌਰ ਤੇ ਲਾਜ਼ ਆਫ ਨੇਚਰ ਦੇ ਅੰਡਰ ਚੱਲ ਕੇ ਅਰਥਾਤ ਕੁਦਰਤੀ ਨਿਯਮਾਂ ਦੇ ਅਧੀਨ ਚੱਲ ਕੇ ਅਸੀਂ ਜਿਉਂਦੇ ਜੀ ਹੀ ਆਪਣੇ ਸਮਾਜ ਨੂੰ ਸਵਰਗ ਬਣਾ ਸਕਦੇ ਹਾਂ। ਹੁਣ ਇਹ ਗੱਲ ਤਾਂ ਬਿਲਕੁਲ ਕਲੀਅਰ ਹੋ ਗਈ ਕਿ ਬਾਹਰਲੇ ਤੌਰ ਤੇ ਜੋ ਸੰਸਾਰ ਹੈ ਉਹ ਬਿਲਕੁਲ ਪਰਫੈਕਟ ਹੈ, ਪਰ ਗੁਰੂ ਸਾਹਿਬ
ਇਸ ਸੰਸਾਰ ਦੀ ਗੱਲ ਨਹੀਂ ਕਰ ਰਹੇ ਹਨ। ਇੱਧਰ ਗੱਲ ਹੋ ਰਹੀ ਹੈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਜਿਸ ਤਰ੍ਹਾਂ ਐਗਜ਼ਾਮਪਲ ਵਿੱਚ ਅਸੀਂ ਦੇਖਿਆ ਕਿ ਲਾਜ਼ ਆਫ ਨੇਚਰ ਅਰਥਾਤ ਕੁਦਰਤੀ ਨਿਯਮਾਂ ਮੁਤਾਬਿਕ ਚੱਲ ਕੇ ਬਾਹਰਲਾ ਸੰਸਾਰ ਸੁੰਦਰ ਅਤੇ ਆਕਰਸ਼ਿਤ ਹੋ ਜਾਂਦਾ ਹੈ, ਉਸੇ ਤਰ੍ਹਾਂ ਜਦੋਂ ਮੈਂ ਵੀ ਕੁਦਰਤੀ ਨਿਯਮਾਂ ਅਰਥਾਤ ਲਾਜ਼ ਆਫ ਨੇਚਰ ਨੂੰ ਆਪਣੀ ਜ਼ਿੰਦਗੀ ਭਾਵ ਆਪਣੇ ਥਾਟ ਪ੍ਰੋਸੈਸ ਵਾਲੇ ਸੰਸਾਰ ਤੇ ਲਾਗੂ ਕਰਦੀ ਹਾਂ ਤਾਂ ਮੇਰਾ ਸੰਸਾਰ ਵੀ ਸੁੰਦਰ ਹੋ ਜਾਵੇਗਾ। ਅਰਥਾਤ ਮੈਂ ਆਪਣੀ ਟਿਊਨਿੰਗ ਨੂੰ ਕੁਦਰਤੀ ਨਿਯਮਾਂ ਅਨੁਸਾਰ ਕਰ ਲਵਾਂ ਤਾਂ ਮੇਰੇ ਅੰਦਰ ਦਾ ਸੰਸਾਰ ਵੀ ਸੋਹਣਾ ਬਣ ਸਕਦਾ ਹੈ। ਪਰ ਜੇ ਮੈਂ ਉਸ ਜਗ੍ਹਾ ਆਪਣੀ ਮਨਮਾਨੀ ਸਟਾਰਟ ਕਰ ਦਿੱਤੀ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਹਨ ਮਨ ਕੀ ਮਤ, ਫਿਰ ਕੀ ਹੋਏਗਾ? ਮੈਂ ਕੁਦਰਤੀ ਨਿਯਮਾਂ ਤੋਂ ਜਦੋਂ ਅਗੇਂਸਟ ਜਾਵਾਂਗੀ ਫਿਰ ਤਾਂ ਮੇਰਾ ਸੰਸਾਰ ਬਰਬਾਦ ਹੋਣਾ ਹੀ ਹੋਣਾ ਹੈ। ਗੁਰੂ ਸਾਹਿਬ ਰਹਾਉ ਦੇ ਬੰਦ ਦੀਆਂ ਪਹਿਲੀਆਂ 2 ਪੰਕਤੀਆਂ ਵਿੱਚ ਦੱਸ ਰਹੇ ਹਨ ਕਿ ਮੇਰਾ ਜੋ ਸੰਸਾਰ ਵਿਗੜ ਕੇ ਭਿਆਨਕ ਹੋ ਰਿਹਾ ਹੈ ਉਸਦੇ ਕਾਰਨ ਕੀ ਹਨ। 4 ਬੰਦ ਦੇ ਪੂਰੇ ਸ਼ਬਦ ਵਿੱਚ ਗੁਰੂ ਸਾਹਿਬ ਜੋ ਮੇਰਾ ਸੰਸਾਰ ਬਰਬਾਦ ਹੋ ਕੇ ਭਿਆਨਕ ਹੋ ਗਿਆ ਹੈ ਉਸਦੇ ਲੱਛਣ ਦੱਸ ਰਹੇ ਹਨ ਕਿ ਦੇਖ ਕੀ ਕੁਝ ਵਾਪਰ ਰਿਹਾ ਹੈ ਜਿਸ ਨਾਲ ਤੇਰਾ ਸੰਸਾਰ ਵਿਗੜ ਰਿਹਾ ਹੈ। ਪਰ ਨਾਲ ਹੀ ਰਹਾਉ ਤੇ ਬੰਦ ਦੀਆਂ ਅਗਲੀਆਂ 2 ਪੰਕਤੀਆਂ ਵਿੱਚ ਇੱਕ ਭਰੋਸਾ, ਇੱਕ ਵਿਸ਼ਵਾਸ ਵੀ ਦੇ ਰਹੇ ਹਨ ਕਿ ਡਰਨ ਦੀ ਲੋੜ ਨਹੀਂ, ਕੁਛ ਬਿਗੜਿਓ ਨਹੀਂ ਅਜਹੂ ਜਾਗ, ਕੁਝ ਬਿਗੜਿਆ ਨਹੀਂ। ਅਗਰ ਹੁਣ ਵੀ ਤੈਨੂੰ ਰਿਅਲਾਈਜ਼ ਹੋ ਰਿਹਾ ਹੈ ਤਾਂ ਤੂੰ ਆਪਣੀ ਸਵੈ ਪੜਚੋਲ ਕਰਕੇ ਆਪਣੇ ਸੰਸਾਰ ਨੂੰ ਬਰਬਾਦ ਹੋਣ ਤੋਂ ਬਚਾ ਸਕਦੀ ਹੈ। ਸੋ ਆਓ ਹੁਣ ਅਸੀਂ ਰਹਾਉ ਦੇ ਬੰਦ ਵੱਲ ਜਾਂਦੇ ਹਾਂ ਜੋ ਕਿ ਸਾਰੇ ਸ਼ਬਦ ਦਾ ਸੈਂਟਰਲ ਆਈਡੀਆ ਅਰਥਾਤ ਆਧਾਰ ਹੈ। ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ। ਪਤ ਦਾ ਇੱਕ ਭਾਵ ਹੁੰਦਾ ਹੈ ਪਤੀ। ਪਤੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਖਸਮ ਵੀ ਕਿਹਾ ਗਿਆ ਹੈ। ਸੱਚ ਸਭਨਾ ਕਾ ਖਸਮ ਹੈ। ਪੰਧ ਦਾ ਮਤਲਬ ਹੁੰਦਾ ਹੈ ਆਸਰਾ, ਸਹਾਰਾ ਜਾਂ ਰਸਤਾ। ਅਰਥਾਤ ਕੂੜ ਦੀ ਕੰਧ ਤੋੜ ਕੇ ਸੱਚਿਆਰ ਦੇ ਰਸਤੇ ਤੇ ਚੱਲਣ ਦੀ ਪ੍ਰੇਰਨਾ ਲੈ ਕੇ ਜਦੋਂ ਮੈਂ ਸੱਚ ਦੇ ਰਾਹ ਤੇ ਚੱਲਾਂਗੀ ਤਾਂ ਆਟੋਮੈਟਿਕਲੀ ਰਿਜ਼ਲਟ ਕੀ ਹੋਏਗਾ? ਚੰਗੀ ਮੱਤ ਆ ਜਾਏਗੀ। ਹੁਣ ਜਦੋਂ ਚੰਗੀ ਮੱਤ ਆ ਗਈ ਤਾਂ ਇੱਕ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਮੇਰੀ ਪਤ ਦਾ ਇੱਕ ਅਰਥ ਹੁੰਦਾ ਹੈ ਇੱਜ਼ਤ, ਤਾਂ ਰਹਿਣੀ ਹੀ ਰਹਿਣੀ ਹੈ। ਪਰ ਇੱਧਰ ਗੱਲ ਹੋ ਰਹੀ ਹੈ ਮੈਂ ਪਤ ਕੀ ਪੰਧ, ਪਰ ਮੈਂ ਤਾਂ ਸੱਚ ਦੇ ਰਸਤੇ ਤੇ ਚੱਲੀ ਹੀ ਨਹੀਂ। ਨਾ ਕਰਨੀ ਕੀ ਕਾਰ, ਨਾ ਮੈਂ ਸੱਚ ਦੀ ਕਮਾਈ ਕੀਤੀ। ਸੋ ਇਸ ਦਾ ਨਤੀਜਾ ਕੀ ਨਿਕਲਿਆ? ਹਾਂ, ਵਿਗੜੇ ਰੂਪ ਰਹਾ ਬਿਕਰਾਲ। ਹੁਣ ਬਾਹਰਲੇ ਤੌਰ ਤੇ ਤਾਂ ਮੇਰਾ ਰੂਪ ਇੱਕ ਇਨਸਾਨ ਵਾਲਾ ਹੈ, ਪਰ ਕਰਤੂਤ ਪਸ਼ੂ ਕੀ ਮਾਨਸ ਜਾਤ। ਮੇਰਾ ਅੰਦਰ ਦਾ ਰੂਪ ਵਿਗੜ ਕੇ ਇੱਕ ਜਾਨਵਰ ਵਾਂਗ ਬਣ ਗਿਆ ਹੈ, ਕਿਉਂਕਿ ਮੈਂ ਸੱਚ ਦੀ ਨਸੀਹਤ ਮੰਨੀ ਹੀ ਨਹੀਂ। ਮੈਂ ਇੱਕ ਬਹੁਤ ਹੀ ਡਰਾਵਨੇ ਰੂਪ ਵਿੱਚ ਨਜ਼ਰ ਆ ਰਹੀ ਹਾਂ। ਬਿਕਰਾਲ ਦਾ ਅਰਥ ਹੁੰਦਾ ਹੈ ਡਰਾਵਨਾ। ਜਦੋਂ ਵੀ ਕਿਸੇ ਨੂੰ ਕਿਸੇ ਚੀਜ਼ ਤੋਂ ਡਰ ਲੱਗੇ ਤਾਂ ਬੰਦਾ ਉਸ ਤੋਂ ਇੱਕ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਂ ਵੀ ਆਪਣੀ ਜ਼ਿੰਦਗੀ ਇਹੋ ਜਿਹੀ ਬਣਾ ਲਈ ਹੈ ਕਿ ਹੁਣ ਮੈਂ ਪਿਆਰ ਨਹੀਂ ਵੰਡ ਰਹੀ। ਹੁਣ ਲੋਕ ਮੇਰੇ ਤੋਂ ਇਰੀਟੇਟ ਹੋ ਰਹੇ ਹਨ ਕਿਉਂਕਿ ਮੈਂ ਹਰ ਜਗ੍ਹਾ ਤੇ ਕਿਸੇ ਨਾ ਕਿਸੇ ਨੂੰ ਟੋਕ ਕੇ ਟਿੱਪਣੀਆਂ ਕਰਦੀ ਰਹਿੰਦੀ ਹਾਂ। ਇਹੋ ਜਿਹਾ ਮੇਰਾ ਡਰਾਵਨਾ ਰੂਪ ਹੋ ਚੁੱਕਾ ਹੈ। ਪਰ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ ਕਿ ਇਹ ਗੱਲ ਚੇਤੇ ਰੱਖੀ ਕਿ ਅੱਜ ਜਦੋਂ ਮੈਂ ਤੈਨੂੰ ਸਮਝਾਵਾਂਗਾ ਤਾਂ ਮੈਂ ਤੈਨੂੰ ਪ੍ਰੂਫ ਕਰਾਂਗਾ ਕਿ ਜੇ ਇਹ ਲੱਛਣ, ਇਹ ਨਿਸ਼ਾਨੀਆਂ ਤੇਰੇ ਅੰਦਰ ਹਨ ਤੇ ਤੂੰ ਹੁਕਮ ਅਰਥਾਤ ਲਾਜ਼ ਆਫ ਨੇਚਰ ਦੇ ਨੂੰ ਨਜ਼ਰ ਅੰਦਾਜ਼ ਕਰਕੇ ਲਾਗੂ ਨਹੀਂ ਕੀਤੇ ਤਾਂ ਹੀ ਤੇਰਾ ਸੰਸਾਰ ਵਿਗੜ ਕੇ ਡਰਾਵਨਾ ਹੋਇਆ ਹੈ। ਪਰ ਹਾਂ, ਇੱਕ ਭਰੋਸਾ, ਇੱਕ ਆਸ ਰੱਖੀ, ਤੇਰਾ ਏਕ ਨਾਮ ਤਾਰੇ ਸੰਸਾਰ। ਨਾਮ ਦਾ ਅਰਥ ਹੈ ਹੁਕਮ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਏਕੋ ਨਾਮ ਹੁਕਮ ਹੈ।
ਹੁਣ ਉਹ ਜੋ ਇੱਕ ਹੁਕਮ ਸਾਰੀ ਸ੍ਰਿਸ਼ਟੀ ਦੇ ਜ਼ਰਰੇ ਜ਼ਰਰੇ ਤੇ ਹਰ ਜੀਵ ਤੇ ਇੱਕ ਸਾਰ ਲਾਗੂ ਹੁੰਦਾ ਹੈ, ਜਦੋਂ ਉਹ ਹੁਕਮ ਮੈਂ ਆਪਣੇ ਆਪ ਉੱਪਰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਤਾਂ ਮੇਰੀ ਮਤ, ਮੇਰੀ ਅਕਲ, ਮੇਰੀ ਥਾਟ ਪ੍ਰੋਸੈਸ ਸਭ ਠੀਕ ਹੋ ਜਾਵੇਗੀ, ਜਿਸ ਨਾਲ ਮੇਰਾ ਸਾਰਾ ਸੰਸਾਰ ਅਰਥਾਤ ਮੇਰੀਆਂ ਅੱਖਾਂ, ਮੇਰੇ ਕੰਨ, ਮੇਰੀ ਜ਼ੁਬਾਨ ਸਭ ਠੀਕ ਹੋ ਜਾਣਗੇ। ਹੁਣ ਮੈਨੂੰ ਇਹੀ ਇੱਕ ਆਸ ਹੈ, ਕਿਉਂਕਿ ਮੈਨੂੰ ਪਤਾ ਹੈ ਕਿ ਅਗਰ ਹੁਣ ਮੈਂ ਹੁਕਮ ਤੋਂ ਉਲਟ ਗਈ ਤਾਂ ਮੈਂ ਇਸ ਸੰਸਾਰ ਨੂੰ ਡੁੱਬਣ ਤੋਂ ਨਹੀਂ ਬਚਾ ਸਕਾਂਗੀ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹਨ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹ ਆਸ ਇਹੋ ਆਧਾਰ। ਅੱਗੋਂ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੁਣ ਜੇ ਤੈਨੂੰ ਇਹ ਰਿਅਲਾਈਜ਼ ਹੋ ਰਿਹਾ ਹੈ, ਤੂੰ ਆਪਣੀ ਸਵੈ ਪੜਚੋਲ ਕਰ ਰਹੀ ਹੈ, ਤਾਂ ਇਹ ਦਾਸਤਾਂ ਤੇਰੀ ਹੀ ਚੱਲ ਰਹੀ ਹੈ, ਕਿਸੇ ਹੋਰ ਦੀ ਗੱਲ ਨਹੀਂ ਚੱਲ ਰਹੀ। ਤਾਂ ਮੈਂ ਅੱਗੋਂ ਗੁਰੂ ਸਾਹਿਬ ਫਰਮਾਉਂਦੇ ਹਨ, ਇੱਕ ਸਵਾਨ ਦੋਏ ਸਵਾਨੀ ਨਾਲ। ਹੁਣ ਸ਼ਿਕਾਰੀ ਜਦੋਂ ਸ਼ਿਕਾਰ ਤੇ ਜਾਂਦਾ ਹੈ ਤਾਂ ਆਪਣੇ ਨਾਲ ਕੁਝ ਸਮਾਨ ਲੈ ਕੇ ਜਾਂਦਾ ਹੈ, ਕੁਝ ਹਥਿਆਰ ਲੈ ਕੇ ਜਾਂਦਾ ਹੈ, ਕੁਝ ਜਾਨਵਰ ਰੱਖਦਾ ਹੈ, ਜਾਲ ਰੱਖਦਾ ਹੈ, ਕਿਉਂਕਿ ਇਹ ਚੀਜ਼ਾਂ ਉਸਨੂੰ ਉਸਦਾ ਸ਼ਿਕਾਰ ਕਰਨ ਵਿੱਚ ਮਦਦ ਕਰਦੀਆਂ ਹਨ। ਮੇਰੀ ਜ਼ਿੰਦਗੀ ਵਿੱਚ ਵੀ ਇੱਕ ਸਵਾਨ ਅਰਥਾਤ ਇੱਕ ਲੋਭ ਰੂਪੀ ਕੁੱਤਾ ਦੋਏ ਸਵਾਨੀ ਨਾਲ ਅਰਥਾਤ ਆਸਾ ਤੇ ਤ੍ਰਿਸ਼ਨਾ ਰੂਪੀ ਦੋ ਕੁੱਤੀਆਂ ਹਨ। ਅਰਥਾਤ ਮੇਰੀ ਜ਼ਿੰਦਗੀ ਨੂੰ ਹਰ ਵਕਤ ਲੋਭ, ਆਸਾ ਤੇ ਤ੍ਰਿਸ਼ਨਾ ਚਲਾ ਰਹੇ ਹਨ। ਫਿਰ ਹੁੰਦਾ ਪਤਾ ਕੀ ਹੈ, ਪਲਕੇ ਭੌਂਕੇ ਸਦਾ ਬਿਆਲ, ਜੋ ਨਿੱਤਾ ਪ੍ਰਤੀ ਹਵਾ ਵਿੱਚ ਭੌਂਕੇ ਮੈਨੂੰ ਮੇਰਾ ਸ਼ਿਕਾਰ ਲੱਭਣ ਵਿੱਚ ਮਦਦ ਕਰ ਰਹੇ ਹਨ। ਮੈਂ ਵੀ ਰੋਜ਼ ਨਿੱਤਾ ਪ੍ਰਤੀ ਜਿਸ ਜਗ੍ਹਾ ਤੇ ਮੇਰਾ ਬਸ ਚੱਲਦਾ ਹੈ, ਲੋਭ, ਤ੍ਰਿਸ਼ਨਾ, ਆਸਾ ਦੇ ਅਧੀਨ ਆ ਕੇ ਉਸ ਚੀਜ਼ ਨੂੰ ਹਰ ਉਸ ਚੀਜ਼ ਨੂੰ ਲੁੱਟ ਰਹੀ। ਇਹ ਲੁੱਟ ਕੋਈ ਸੰਸਾਰਿਕ ਲੁੱਟ ਨਹੀਂ ਹੈ। ਕਿਸੇ ਜਗ੍ਹਾ ਤੇ ਮੈਂ ਅਕਲ ਦੇ ਫੈਸਲੇ ਨਹੀਂ ਲੈ ਰਹੀ, ਕਿਸੇ ਜਗ੍ਹਾ ਤੇ ਮੈਂ ਲੋਕਾਂ ਵਿੱਚ ਦਰਾਰ ਪਾ ਰਹੀ ਹਾਂ, ਤੇ ਕਦੇ ਮੈਨੂੰ ਇਹੀ ਧਿਆਨ ਆਉਂਦਾ ਹੈ ਕਿ ਮੈਂ ਸਿਰਫ ਤੇ ਸਿਰਫ ਆਪਣੇ ਸਵਾਰਥ ਲਈ ਜ਼ਿੰਦਗੀ ਜੀਵਾਂ। ਗੁਰੂ ਸਾਹਿਬ ਕਹਿੰਦੇ ਹਨ, ਬਸ ਤੈਨੂੰ ਰਿਅਲਾਈਜ਼ ਹੋ ਰਿਹਾ ਹੈ ਕਿ ਤੂੰ ਕੀ ਕਰ ਰਹੀ ਹੈ। ਗੁਰੂ ਸਾਹਿਬ ਕਹਿੰਦੇ ਹਨ, ਜੇ ਤੂੰ ਦੁਖੀ ਹੈ ਨਾ, ਪਤਾ ਕਿਉਂ ਦੁਖੀ ਹੈ? ਕਿਉਂਕਿ ਤੇਰੇ ਅੰਦਰ ਲਾਲਚ ਹੈ ਤੇ ਤੂੰ ਤ੍ਰਿਸ਼ਨਾ ਤੇ ਆਸਾ ਦੇ ਅਧੀਨ ਚੱਲ ਰਹੀ ਹੈ। ਇਤਨਾ ਹੀ ਨਹੀਂ, ਕੂੜ ਛੁਰਾ, ਮੈਂ ਹਰ ਵਕਤ ਫਾਲਸੂਡ, ਝੂਠ ਦਾ ਇੱਕ ਛੁਰਾ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਇਹੀ ਨਹੀਂ, ਮੁੱਠਾ ਮੁਰਦਾਰ ਤੇ ਮਾਇਆ ਦੀ ਪਕੜ ਵਿੱਚ ਠੱਗੀ ਜਾ ਰਹੀ ਹਾਂ, ਕੇਵਲ ਤੇ ਕੇਵਲ ਮੁਰਦਾਰ ਖਾਂਦੀ ਹਾਂ। ਮੁਰਦਾਰ ਤੋਂ ਭਾਵ ਹੈ, ਮੈਨੂੰ ਸੱਚ ਦੀ ਕਮਾਈ ਚੰਗੀ ਨਹੀਂ ਲੱਗਦੀ, ਮੈਨੂੰ ਸੱਚ ਦੀ ਵਿਚਾਰਧਾਰਾ ਚੰਗੀ ਨਹੀਂ ਲੱਗ ਰਹੀ। ਹੁਣ ਸਵੈ ਪੜਚੋਲ ਕਰਕੇ ਦੇਖਾਂਗੀ ਕਿ ਜਿਸ ਜਗ੍ਹਾ ਤੇ ਅੱਛੀਆਂ, ਉਸਾਰੂ ਤੇ ਪੋਜ਼ਿਟਿਵ ਗੱਲਾਂ ਹੋ ਰਹੀਆਂ ਹੋਣ, ਕਿਸੇ ਦਾ ਘਰ ਵਸਾਉਣ ਦੀ ਗੱਲ ਹੋ ਰਹੀ ਹੋਏ, ਮੈਂ ਉੱਧਰ ਬੈਠਣਾ ਚਾਹਾਂਗੀ, ਜਾਂ ਜਿਸ ਜਗ੍ਹਾ ਨੈਗੇਟਿਵ ਗੱਲਾਂ, ਦੂਜਿਆਂ ਦੇ ਘਰ ਵਿੱਚ ਪਏ ਕਲੇਸ਼ ਨੂੰ ਮਿਰਚ ਮਸਾਲੇ ਲਗਾ ਕੇ ਉਹਨਾਂ ਗੱਲਾਂ ਨੂੰ ਕਿਵੇਂ ਸਪਰੈਡ ਕਰਨਾ ਹੈ, ਮੈਂ ਉੱਧਰ ਬੈਠਣਾ ਚਾਹਾਂਗੀ। ਸੋ ਹੁਣ ਮੇਰੀ ਸਵੈ ਪੜਚੋਲ ਹੀ ਮੈਨੂੰ ਦੱਸੇਗੀ, ਇਹ ਫੈਸਲਾ ਕਰੇਗੀ ਕਿ ਇਹ ਦਾਸਤਾਂ ਮੇਰੀ ਚੱਲ ਰਹੀ ਹੈ ਜਾਂ ਕਿਸੇ ਹੋਰ ਦੀ। ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਤੈਨੂੰ ਲੱਗਦਾ ਹੈ ਕਿ ਇਹ ਦਾਸਤਾਂ ਤੇਰੀ ਹੀ ਚੱਲਦੀ ਪਈ ਹੈ, ਤੂੰ ਲਾਲਚ, ਆਸ਼ਾ, ਤ੍ਰਿਸ਼ਨਾ ਦੇ ਅਧੀਨ ਆ ਕੇ ਕੂੜ ਦਾ ਛੁਰਾ ਫੜਿਆ ਹੋਇਆ ਹੈ ਤੇ ਤੇਰੀ ਖੁਰਾਕ ਮੁਰਦਾਰ ਬਣ ਚੁੱਕੀ ਹੈ, ਫਿਰ ਪਤਾ ਹੈ ਤੇਰਾ ਅਸਲ ਰੂਪ ਕੀ ਹੈ। ਬਾਹਰੋਂ ਦੇਖਣ ਨੂੰ ਤਾਂ ਤੂੰ ਇਨਸਾਨ ਨਜ਼ਰ ਆ ਰਹੀ ਹੈ, ਪਰ ਤੇਰੇ ਅੰਦਰ ਦਾ ਰੂਪ ਕੀ ਹੈ? ਤਾਣਕ ਰੂਪ ਰਹਾ ਕਰਤਾਰ। ਬਾਹਰਲੇ ਤੌਰ ਤੇ ਤਾਣਕ ਮਨੁੱਖ ਜਾਤੀ ਦੀ ਇਨਸਾਨੀਅਤ ਤੋਂ ਗਿਰੀ ਹੋਈ ਉਹ ਸ਼੍ਰੇਣੀ ਹੈ ਜੋ ਆਪਣੇ ਗੁਜ਼ਾਰੇ ਵਾਸਤੇ ਕਿਰਤ ਕਮਾਈ ਕਰਨ ਦੀ ਬਜਾਏ ਠੱਗੀ, ਚੋਰੀ, ਹਿੰਸਾ ਆਦਿ ਨਾਲ ਪਰਾਇਆ ਹੱਕ ਖਾਣ ਵਿੱਚ ਵਿਸ਼ਵਾਸ ਰੱਖਦੇ ਹਨ, ਅਤੇ ਇਹਨਾਂ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਉਹ ਆਪਣੇ ਨਾਲ ਸ਼ਿਕਾਰੀ ਕੁੱਤੇ ਰੱਖਦੇ ਹਨ, ਕੁੱਤੀਆਂ ਰੱਖਦੇ ਹਨ ਅਤੇ ਤੇਜ਼ਧਾਰ ਹਥਿਆਰ ਵੀ ਰੱਖਦੇ ਹਨ। ਸੋ ਮੇਰਾ ਰੂਪ, ਮੇਰਾ ਵੇਸ
ਬਿਲਕੁਲ ਧਾਨਕ ਵਾਲਾ ਹੋ ਗਿਆ ਹੈ। ਉਸ ਤਰ੍ਹਾਂ ਉਸ ਰੂਪ ਦੇ ਨਾਲ ਉਹ ਬਹੁਤ ਹੀ ਭਿਅੰਕਰ ਬਣ ਚੁੱਕਾ ਹੈ, ਕਿਉਂਕਿ ਮੈਂ ਪੱਤ ਕੀ ਪੰਧ ਨਾ ਕਰਨੀ ਕੀ ਕਾਰ, ਮੈਂ ਸੱਚ ਦੇ ਰਸਤੇ ਤੇ ਚੱਲ ਕੇ ਤਾਂ ਕਮਾਈ ਕੀਤੀ ਹੀ ਨਹੀਂ। ਗੁਰੂ ਸਾਹਿਬ ਕਹਿੰਦੇ ਹਨ ਕਿ ਆ ਮੈਂ ਤੈਨੂੰ ਹੋਰ ਪ੍ਰੂਫ ਕਰਾਂ ਕਿ ਇਹ ਦਾਸਤਾਨ ਸਿਰਫ ਤੇਰੀ ਹੀ ਚੱਲ ਰਹੀ ਹੈ, ਕਿਸੇ ਹੋਰ ਦੀ ਨਹੀਂ। ਮੁਖ ਨਿੰਦਾ ਆਖਾਂ ਦਿਨ ਰਾਤ, ਮੈਂ ਨਿੱਤਾ ਪ੍ਰਤੀ ਆਪਣੇ ਆਪ ਨੂੰ ਵੱਡਾ ਦਿਖਾਉਣ ਲਈ ਇੱਕ ਪਾਸੇ ਤਾਂ ਦੂਜਿਆਂ ਨੂੰ ਨਿੰਦਦੀ ਰਹਿੰਦੀ ਹਾਂ, ਤਾਂ ਕਿ ਦੁਨੀਆ ਦੀ ਨਜ਼ਰ ਵਿੱਚ ਮੈਂ ਆਪਣੇ ਆਪ ਨੂੰ ਵੱਡਾ ਪ੍ਰੂਫ ਕਰ ਸਕਾਂ। ਤੇ ਦੂਜੇ ਪਾਸੇ ਨਿੰਦਾ ਦੀ ਇੱਕ ਹੋਰ ਪਰਿਭਾਸ਼ਾ ਹੁੰਦੀ ਹੈ, ਸੱਚ ਨੂੰ ਇਗਨੋਰ ਕਰ ਦੇਣਾ। ਮੇਰੇ ਕੋਲ ਹਰ ਵਕਤ ਹਰ ਟਾਈਮ 24 ਘੰਟੇ ਦਿਨ ਰਾਤ ਬਹਾਨੇ ਰੈਡੀ ਹੁੰਦੇ ਹਨ ਸੱਚ ਨੂੰ ਇਗਨੋਰ ਕਰਨ ਦੇ। ਪਰ ਕਰ ਜੋ ਹੀ ਨਾ ਨੀਚ ਸਨਾਤ, ਜਦੋਂ ਮੈਂ ਸਹਿਜ ਦੀ ਅਵਸਥਾ ਛੱਡ ਕੇ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਹਨ ਘਰ ਹੀ ਮੇ ਅੰਮ੍ਰਿਤ ਭਰਪੂਰ ਹੈ, ਮੀਨਸ ਸਾਰੀ ਕੈਪੇਬਿਲਿਟੀ ਮੇਰੇ ਅੰਦਰ ਸੀ ਪਰ ਮੈਂ ਦੂਜਿਆਂ ਵੱਲ ਵੇਖ ਰਹੀ ਹਾਂ, ਇਸ ਨੂੰ ਕਿਹਾ ਜਾਂਦਾ ਹੈ ਪਰ ਕਰ ਜੋ ਹੀ। ਗੁਰੂ ਸਾਹਿਬ ਤਾਂ ਬਾਰ-ਬਾਰ ਸਮਝਾ ਰਹੇ ਹਨ ਕਿ ਤੂੰ ਆਪਣੇ ਘਰ ਆਪਣੇ ਅੰਦਰ ਦੀ ਸਵੈ ਪੜਚੋਲ ਕਰ। ਬੰਦੇ ਖੋਜ ਦਿਲ ਹਰ ਰੋਜ਼ ਨੂੰ ਤੂੰ ਪੜਿਆ ਜ਼ਰੂਰ ਪਰ ਕਦੇ ਆਪਣੀ ਲਾਈਫ ਵਿੱਚ ਇੰਪਲੀਮੈਂਟ ਨਹੀਂ ਕੀਤਾ। ਹੁਣ ਜਿਸ ਬੰਦੇ ਦੀ ਨਜ਼ਰ ਆਪਣੇ ਘਰ ਨੂੰ ਛੱਡ ਕੇ ਪਰਾਏ ਘਰ ਵੱਲ ਹੋਏ, ਉਸਨੂੰ ਨੀਵੇਂ ਅਸਲੇ ਵਾਲਾ ਜਾਂ ਨੀਵੇਂ ਲੱਛਣਾਂ ਵਾਲਾ ਨਾ ਆਖੀਏ ਤਾਂ ਕੀ ਆਖੀਏ। ਅੱਗੋਂ ਗੁਰੂ ਸਾਹਿਬ ਕਹਿੰਦੇ ਹਨ, ਹੁਣ ਚੇਤਾ ਰੱਖੀ, ਆ ਮੈਂ ਤੈਨੂੰ ਦੱਸਾਂ ਕਿ ਤੇਰੇ ਅੰਦਰ ਤਾਂ ਇੱਕ ਚੰਡਾਲ ਵੀ ਵਾਪਰ ਰਿਹਾ ਹੈ। ਕਾਮ ਕ੍ਰੋਧ ਤਨ ਵਸੈ ਚੰਡਾਲ, ਮੇਰੇ ਸਰੀਰ ਦੇ ਵਿੱਚ ਕਾਮ ਵਾਸਨਾ ਅਤੇ ਕ੍ਰੋਧ ਦੇ ਅਧੀਨ ਆ ਕੇ ਮੈਂ ਆਪਣੇ ਫੈਸਲੇ ਲੈ ਕੇ ਦੂਜਿਆਂ ਨੂੰ ਚੀਟ ਕਰ ਰਹੀ ਹਾਂ। ਜੇ ਇਹ ਸਭ ਕਰ ਹੀ ਰਹੀ ਹਾਂ ਨਾ, ਤਾਂ ਫਿਰ ਤਾਂ ਮੇਰਾ ਸੁਭਾਅ ਵੀ ਵਿਕਾਰੀ ਭਾਵ ਤਾਮਸੀ ਬ੍ਰਿਤੀ ਵਾਲਾ ਹੋਣਾ ਹੀ ਹੋਣਾ ਸੀ, ਜਿਸ ਨੂੰ ਗੁਰੂ ਸਾਹਿਬ ਕਹਿੰਦੇ ਹਨ ਤਨ ਵਸੈ ਚੰਡਾਲ। ਫਿਰ ਮੈਂ ਤਾਣਕ ਰੂਪ ਰਹਾ ਕਰਤਾ, ਅਰਥਾਤ ਮੇਰਾ ਰੂਪ ਵੀ ਵਿਗੜ ਕੇ ਉਸ ਤਾਣਕ ਦੀ ਤਰ੍ਹਾਂ ਭਿਆਨਕ ਹੋਣਾ ਹੀ ਹੋਣਾ ਸੀ, ਜੋ ਲੋਭ ਆਸਾ ਤ੍ਰਿਸ਼ਨਾ ਦੇ ਦਿਖਾਏ ਰਸਤੇ ਤੇ ਝੂਠ ਦੇ ਛੁਰੇ ਨਾਲ ਪਰਾਇਆ ਹੱਕ ਖਾਂਦਾ ਹੋਇਆ, ਸੱਚ ਨੂੰ ਇਗਨੋਰ ਕਰਕੇ, ਆਪਣੀ ਕਿਰਤ ਕਮਾਈ ਨਾ ਕਰਕੇ ਵਿਕਾਰਾਂ ਨਾਲ ਭਰਿਆ ਦੂਜਿਆਂ ਨੂੰ ਲੁੱਟ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਤੂੰ ਕਿਧਰੇ ਨਾ ਕਿਧਰੇ ਇਹ ਗੱਲ ਜਾਣਦੀ ਹੈ, ਇਹ ਗੱਲ ਤੇਰੀ ਹੀ ਚੱਲਦੀ ਪਈ ਹੈ, ਇਸ ਲਈ ਪਤਾ ਹੈ ਤੂੰ ਕੀ ਕਰ ਰਹੀ ਹੈ। ਫਾਹੀ ਸੁਰਤ ਮਲੂਕੀ ਵੇਸ, ਤੂੰ ਜਾਣਦੀ ਹੈ ਕਿ ਤੂੰ ਠੱਗੀ ਮਾਰਦੀ ਹੈ, ਪਰ ਤੂੰ ਇੱਕ ਬਗੁਲਾ ਭਗਤ ਹੈ। ਬਗੁਲਾ ਕੀ ਕਰਦਾ ਹੈ, ਹੰਸ ਬਣਨ ਦੀ ਕੋਸ਼ਿਸ਼ ਕਰਦਾ ਹੈ, ਸਮਾਧੀ ਲਾਉਂਦਾ ਹੈ ਪਰ ਡੱਡੀਆਂ ਮੱਛੀਆਂ ਫੜਨ ਲਈ। ਬਸ ਮੇਰੀ ਵੀ ਦਾਸਤਾਂ ਇਹੀ ਹੈ, ਮੈਂ ਲਿਬਾਸ ਦਾ ਧਰਮੀ ਪਾਇਆ ਹੋਇਆ ਹੈ ਤਾਂ ਕਿ ਦੁਨੀਆ ਮੈਨੂੰ ਧਰਮੀ ਸਮਝੇ ਤੇ ਮੈਂ ਧਰਮ ਦੇ ਨਾਮ ਤੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਸਕਾਂ, ਉਹਨਾਂ ਨੂੰ ਠੱਗ ਸਕਾਂ। ਮੈਂ ਬਾਹਰਲੇ ਤੌਰ ਤੇ ਇੱਕ ਬੜਾ ਫਰਿਸ਼ਤਾ ਰੂਪੀ ਇੱਕ ਸ਼ਰੀਫ ਸੂਰਤ ਬਣ ਕੇ ਲੋਕਾਂ ਨੂੰ ਬੁੱਧੂ ਬਣਾ ਸਕਾਂ। ਅਸਲ ਦੇ ਵਿੱਚ ਜਦੋਂ ਮੈਂ ਧਰਮ ਨੂੰ ਸਰੀਰ ਤੇ ਲੈ ਆਂਦਾ, ਦਿਖਾਵੇ ਤੇ ਲੈ ਆਂਦਾ, ਪਹਿਰਾਵੇ ਤੇ ਲੈ ਆਂਦਾ, ਤਾਂ ਗੁਰੂ ਸਾਹਿਬ ਕਹਿੰਦੇ ਹਨ ਸਮਝ ਜਾਈ ਹੋਂ ਠਗਵਾੜਾ ਠੱਗੀ ਦੇਸ। ਮੈਂ ਤਾਂ ਇਤਨੀ ਵੱਡੀ ਠੱਗ ਹਾਂ ਕਿ ਮੈਂ ਤਾਂ ਆਪਣੇ ਹੀ ਦੇਸ਼ ਭਾਵ ਆਪਣੇ ਹੀ ਅੰਦਰ ਆਪਣੇ ਹੀ ਹਿਰਦੇ ਨੂੰ ਠੱਗ ਲਿਆ। ਇਤਨਾ ਹੀ ਨਹੀਂ, ਮੈਂ ਤਾਂ ਆਪਣੇ ਜੀਵਨ ਨੂੰ ਵੀ ਠੱਗੀ ਦਾ ਅੱਡਾ ਬਣਾ ਲਿਆ, ਭਾਵ ਠਗਵਾੜਾ ਬਣਾ ਲਿਆ। ਹੁਣ ਕਿਸੇ ਬੰਦੇ ਨੂੰ ਜਿੱਧਰ ਠੱਗ ਹੋਣ, ਠੱਗੀ ਦਾ ਅੱਡਾ ਹੋਵੇ, ਉਧਰ ਜਾਂਦਿਆਂ ਕੰਫਰਟੇਬਲ ਫੀਲ ਨਹੀਂ ਹੁੰਦਾ। ਪਰ ਇੱਕ ਗੱਲ ਚੇਤੇ ਰੱਖੀ, ਗੁਰੂ ਸਾਹਿਬ ਕਹਿੰਦੇ ਹਨ ਕਿ ਤੂੰ ਬੜੀ ਚਲਾਕ ਹੈ, ਬੜੀ ਸ਼ਾਤਿਰ ਹੈ, ਤੈਨੂੰ ਲੱਗਦਾ ਹੈ ਕਿ ਤੂੰ ਇਹ ਸਭ ਕੁਝ ਕਰਦੀ ਰਹੇਂਗੀ ਤੇ ਦੁਨੀਆ ਨੂੰ ਪਤਾ ਹੀ ਨਹੀਂ ਚੱਲੇਗਾ। ਓ ਭਾਈ ਮਨ ਜਾਣੈ ਸਭ ਬਾਤ, ਜਾਣਤ ਹੀ ਔਗੁਣ ਕਰੇ। ਹੁਣ ਜੋ ਤੂੰ ਚੈਨ ਦੀ ਨੀਂਦ ਨਹੀਂ ਸੌਂ ਪਾ ਰਹੀ ਨਾ,
ਕਿਤੇ ਨਾ ਕਿਤੇ ਤੇਰੇ ਸਬਕੌਂਸ਼ੀਅਸ ਮਾਈਂਡ ਵਿੱਚ ਇਹੀ ਚੱਲ ਰਿਹਾ ਹੈ ਕਿ ਤੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗਵਾ ਦਿੱਤੀ ਹੈ। ਹੁਣ ਇਹ ਭਾਰ ਤੈਨੂੰ ਚੈਨ ਦੀ ਨੀਂਦ ਨਹੀਂ ਸੌਣ ਦੇ ਰਿਹਾ, ਕਿਉਂਕਿ ਧਾਨਕ ਰੂਪ ਰਹਾ ਕਰਤਾਰ, ਧਾਨਕ ਦੀ ਤਰ੍ਹਾਂ ਮੈਂ ਵੀ ਭੇਸ ਬਦਲ ਕੇ ਦਿਖਾਵੇ ਦਾ ਜਾਲ ਵਿਛਾ ਕੇ ਠੱਗੀਆਂ ਕਰ ਰਹੀ ਹਾਂ। ਹੁਣ ਮੈਨੂੰ ਰਿਅਲਾਈਜ਼ੇਸ਼ਨ ਹੋਣੀ ਸ਼ੁਰੂ ਹੋ ਗਈ ਕਿ ਮੈਂ ਕੇਵਲ ਠੱਗ ਹੀ ਨਹੀਂ ਹਾਂ, ਮੈਂ ਤਾਂ ਚੋਰ ਵੀ ਹਾਂ। ਚੋਰ ਨੂੰ ਚੋਰੀ ਕਰਨ ਲਈ ਹਨੇਰੇ ਦੀ ਤਲਾਸ਼ ਹੁੰਦੀ ਹੈ, ਪਰ ਠੱਗ ਸਾਨੂੰ ਆਪਣੀ ਗਲਵਕੜੀ ਵਿੱਚ ਲੈ ਕੇ ਸਭ ਦੇ ਸਾਹਮਣੇ ਠੱਗਦਾ ਹੈ। ਕੁਝ ਹੋਣਗੇ ਚੋਰ ਹੋਣ, ਕੁਝ ਹੋਣਗੇ ਕਿ ਠੱਗ ਹੋਣ, ਪਰ ਮੈਂ ਤਾਂ ਇਤਨੀ ਚਾਲਾਕ ਹਾਂ ਕਿ ਜਿਸ ਜਗ੍ਹਾ ਮੈਨੂੰ ਲੱਗਦਾ ਹੈ ਕਿ ਮੇਰਾ ਚੋਰੀ ਕਰਦਿਆਂ ਫਸ ਜਾਏਗਾ, ਉਸ ਜਗ੍ਹਾ ਮੈਂ ਬੈਕਡੋਰ ਤੋਂ ਐਂਟਰੀ ਲੈ ਕੇ ਚੋਰੀ ਕਰ ਰਹੀ ਹਾਂ। ਪਰ ਜਿਸ ਜਗ੍ਹਾ ਮੈਨੂੰ ਲੱਗਦਾ ਹੈ ਕਿ ਇੱਧਰ ਮੇਰਾ ਠੱਗ ਬਣ ਕੇ ਸਰ ਸਕਦਾ ਹੈ, ਉੱਧਰ ਮੈਂ ਠੱਗ ਬਣ ਕੇ ਲੁੱਟਣ ਦੀ ਕੋਸ਼ਿਸ਼ ਕਰ ਰਹੀ ਹਾਂ। ਗੁਰੂ ਸਾਹਿਬ ਕਹਿੰਦੇ ਹਨ, ਹੁਣ ਇਸ ਸਭ ਨੂੰ ਹਰਾਮਖੋਰੀ ਨਾ ਆਖੀਏ ਤਾਂ ਕੀ ਆਖੀਏ? ਮੈਂ ਕੀਤਾ ਨਾ ਜਾਤਾ ਹਰਾਮਖੋਰ, ਹੋਂ ਕਿਆ ਮੂੰਹ ਦੇਸਾਂ ਦੁਸ਼ਟ ਚੋਰ। ਇੱਥੇ ਗੁਰੂ ਪਾਤਸ਼ਾਹ ਬਹੁਤ ਹੀ ਨਿਮਰਤਾ ਵਿੱਚ ਜਾ ਕੇ ਕਹਿੰਦੇ ਹਨ ਕਿ ਜੇ ਮੈਂ ਹਰ ਵਕਤ ਸਿੱਧੇ ਤੇਰੇ ਤੇ ਗੱਲ ਲਾ ਕੇ ਕਿਹਾ ਹੁੰਦਾ ਨਾ ਕਿ ਤੂੰ ਹਰਾਮਖੋਰੀ ਕਰਦੀ ਹੈ, ਤੂੰ ਠੱਗੀ ਮਾਰਦੀ ਹੈ, ਤੂੰ ਚੋਰੀ ਕਰਦੀ ਹੈ, ਮੁਰਦਾਰ ਖਾਂਦੀ ਹੈ, ਤੂੰ ਮੇਰੀ ਗੱਲ ਮੰਨਣੀ ਨਹੀਂ ਸੀ। ਇਸ ਕਰਕੇ ਗੁਰੂ ਸਾਹਿਬ ਹਰ ਗੱਲ ਨੂੰ ਫਸਟ ਆਪਣੇ ਆਪ ਉੱਪਰ ਲਾਗੂ ਕਰਕੇ ਕਹਿ ਰਹੇ ਹਨ। ਜਿਵੇਂ ਇੱਕ ਸਿਆਣਾ ਟੀਚਰ ਬੱਚਿਆਂ ਨੂੰ ਸਿਖਾਉਂਦਾ ਹੈ A for ਐਪਲ, ਬੱਚੇ ਉਸਦੇ ਪਿੱਛੇ ਰਿਪੀਟ ਕਰਦੇ ਹਨ। ਹੁਣ ਟੀਚਰ ਤਾਂ ਬਹੁਤ ਸਿਆਣਾ ਹੈ, ਉਹ ਤਾਂ MA ਇੰਗਲਿਸ਼ ਹੈ, ਉਸਨੂੰ ਤਾਂ ਬਹੁਤ ਕੁਝ ਆਉਂਦਾ ਹੈ। ਉਹ ਇਹ ਸਭ ਕੁਝ ਕਿਉਂ ਕਰ ਰਿਹਾ ਹੈ? ਤਾਂ ਕਿ ਬੱਚੇ ਉਸਦੇ ਪਿੱਛੇ ਪਿੱਛੇ ਰਿਪੀਟ ਕਰਕੇ ਇਹ ਸਭ ਕੁਝ ਸਿੱਖ ਜਾਣ। ਗੁਰੂ ਸਾਹਿਬ ਕਹਿੰਦੇ ਹਨ, ਮੈਂ ਤੈਨੂੰ ਤੇਰੀ ਜ਼ਿੰਦਗੀ ਦੀ ਸਾਰੀ ਦਾਸਤਾਂ ਦੱਸ ਦਿੱਤੀ ਹੈ। ਹੁਣ ਤੂੰ ਇਹ ਸਭ ਮੇਰੇ ਪਿੱਛੇ ਪਿੱਛੇ ਰਿਪੀਟ ਕਰਦੇ ਹੋਏ ਸਮਝ ਜਾਈਂ ਕਿ ਇਹ ਗੱਲ ਸਿਰਫ ਤੇ ਸਿਰਫ ਤੇਰੀ ਹੀ ਚੱਲ ਰਹੀ ਹੈ, ਕਿਸੇ ਹੋਰ ਦੀ ਨਹੀਂ। ਪਰ ਦੇਖੋ, ਨਿਮਰਤਾ ਦੇ ਸਿਖਰ ਤੇ ਜਾ ਕੇ ਗੁਰੂ ਸਾਹਿਬ ਫਰਮਾਉਂਦੇ ਹਨ, ਨਾਨਕ ਨੀਚ ਕਹੈ ਵਿਚਾਰ। ਹੁਣ ਇਹ ਗੱਲ ਤੂੰ ਹੀ ਵਿਚਾਰਨੀ ਹੈ ਕਿ ਇਹ ਗੱਲ ਤੇਰੀ ਚੱਲਦੀ ਪਈ ਹੈ ਕਿ ਕਿਸੇ ਹੋਰ ਦੀ। ਇਹ ਜੋ ਪੂਰਾ ਸ਼ਬਦ ਤੇਰੇ ਅੰਦਰ ਦੇ ਸੰਸਾਰ ਦਾ ਸੀ ਜਾਂ ਕਿਸੇ ਹੋਰ ਦੁਨੀਆ ਦਾ ਸੀ। ਜੇ ਤੇਰੇ ਹੀ ਸੰਸਾਰ ਦੀ ਗੱਲ ਹੈ, ਜੇ ਤਾਣਕ ਰੂਪ ਰਹਾ ਕਰਤਾਰ, ਫਿਰ ਹੁਣ ਦੁਬਾਰਾ ਰਹਾਓ ਤੇ ਜਾਈਂ। ਹੁਣ ਚਿੰਤਾ ਨਾ ਕਰੀ, ਫਿਕਰ ਨਾ ਕਰੀ, ਡਿਪਰੈਸ ਨਾ ਹੋਈ, ਕਿਉਂਕਿ ਇਹ ਜੋ ਤੇਰਾ ਸੰਸਾਰ ਵਿਗੜਿਆ ਹੈ ਉਹ ਇਸ ਕਰਕੇ ਵਿਗੜਿਆ ਹੈ ਕਿ ਤੂੰ ਮਨ ਕੀ ਬਾਤ ਲਾਗੂ ਕਰ ਦਿੱਤੀ ਸੀ। ਤੂੰ ਹੁਕਮ ਅਰਥਾਤ ਲਾਜ਼ ਆਫ ਨੇਚਰ ਆਪਣੇ ਉੱਪਰ ਲਾਗੂ ਹੀ ਨਹੀਂ ਕੀਤੇ। ਗੁਰੂ ਸਾਹਿਬ ਅੱਗੋਂ ਕਹਿੰਦੇ ਹਨ, ਪਰ ਹੁਣ ਫਿਰ ਦੁਬਾਰਾ ਜੇ ਤੂੰ ਉਹ ਰੱਬੀ ਹੁਕਮ ਲਾਜ਼ ਆਫ ਨੇਚਰ, ਉਹ ਇੱਕ ਨਾਮ ਆਪਣੇ ਤੇ ਲਾਗੂ ਕਰਨੇ ਸ਼ੁਰੂ ਕਰ ਦਿੱਤੇ, ਤਾਂ ਮੈਂ ਤੈਨੂੰ ਭਰੋਸਾ, ਇੱਕ ਵਿਸ਼ਵਾਸ, ਗਰੰਟੀ ਵਾਰੰਟੀ ਦਿੰਦਾ ਹਾਂ ਕਿ ਤੇਰਾ ਇੱਕ ਨਾਮ ਤਾਰੇ ਸੰਸਾਰ। ਜੋ ਇਹ ਮੇਰਾ ਸੰਸਾਰ ਹੈ, ਮੈਂ ਫਿਰ ਦੁਬਾਰਾ ਇੱਕ ਡਰਾਵਨੇ ਤੇ ਭਿਅੰਕਰ ਰੂਪ ਤੋਂ ਉੱਭਰ ਕੇ ਉੱਚੇ ਉੱਠ ਕੇ ਫਿਰ ਦੁਬਾਰਾ ਇੱਕ ਚੰਗੀ ਵੇਖਣੀ ਦੀ ਧਾਰਨੀ ਹੋ ਸਕਦੀ ਹਾਂ। ਆਪਣੇ ਅੰਦਰ ਦੇ ਵਿਗੜੇ ਹੋਏ ਭਿਆਨਕ ਸੰਸਾਰ ਨੂੰ ਸੰਵਾਰ ਕੇ ਇਨਸਾਨੀਅਤ ਧਾਰਨ ਕਰਕੇ ਇਨਸਾਨੀ ਜੂਨ ਜੀ ਸਕਦੀ ਹਾਂ। ਇਸ ਦਾ ਇੱਕੋ ਇੱਕ ਤਰੀਕਾ ਹੈ, ਤੇਰਾ ਇੱਕ ਨਾਮ ਤਾਰੇ ਸੰਸਾਰ। ਇੱਕ ਨਾਮ ਭਾਵ ਇੱਕ ਹੁਕਮ ਦੇ ਆਸਰੇ ਮੈਂ ਇਸ ਸੰਸਾਰ ਸਮੁੰਦੇ ਤੋਂ ਬਚ ਕੇ ਪਾਰ ਲੰਘ ਜਾਵਾਂਗੀ। ਜਿਵੇਂ ਕਿ ਅਸੀਂ ਪਿਛਲੇ ਸੰਡੇ ਦੀ ਸ਼ਬਦ ਵਿਚਾਰ ਵਿੱਚ ਵੀ ਸਮਝਿਆ ਸੀ, ਤਿਤ ਸਰਵੜੇ ਪਹਿਲੇ ਨਿਵਾਸਾ ਵਾਲੀ ਅਵਸਥਾ ਤੋਂ ਬਚ ਸਕਾਂਗੀ। ਕਿਵੇਂ ਬਚਾਂਗੀ? ਜੇ ਮੈਂ ਇੱਕ ਨਾਮ ਭਾਵ ਇੱਕ ਹੁਕਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਮੀਨਸ ਇੰਪਲੀਮੈਂਟ ਕਰ ਦਿੱਤਾ। ਮੈਂ ਇਹ ਆਸ, ਇਹੋ ਆਧਾਰ,
ਇਸ ਤੋਂ ਇਲਾਵਾ ਮੈਨੂੰ ਕੋਈ ਆਸ, ਕੋਈ ਆਧਾਰ ਨਹੀਂ ਹੈ। ਸੋ ਹੁਣ ਜਦੋਂ ਅਸੀਂ ਸਭ ਨੇ ਇੱਕ ਨਾਮ, ਇੱਕ ਹੁਕਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ, ਫਿਰ ਸੰਸਾਰ ਸਮੁੰਦੇ ਤੋਂ ਤਰ ਜਾਵਾਂਗੇ। ਫਿਰ ਅਸੀਂ ਜਿਉਂਦੇ ਜੀ ਆਪਣੇ ਫਰਜ਼ਾਂ ਦੀ ਪਹਿਚਾਨ ਕਰਦੇ ਹੋਏ ਭਾਰ ਲੈ ਕੇ ਨਹੀਂ, ਬਲਕਿ ਉਹ ਭਾਰ ਉਤਾਰ ਕੇ ਮਾਨਸਿਕ ਤੌਰ ਤੇ ਆਜ਼ਾਦ ਹੋ ਕੇ ਜ਼ਿੰਦਗੀ ਜੀ ਸਕਾਂਗੇ। ਸ਼ਬਦ ਦੇ ਉਚਾਰਨ ਅਤੇ ਵਿਚਾਰ ਦੌਰਾਨ ਜੋ ਵੀ ਭੁੱਲਾਂ ਚੁੱਕਾਂ ਹੋਈਆਂ ਹਨ, ਉਹਨਾਂ ਸਭ ਦੀ ਮਾਫੀ ਚਾਹੁੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।